we start with the sense organs of frog। ਜਦੋਂ ਆਪਾਂ ਸੈਂਸ ਆਰਗਨਸ ਦੀ ਗੱਲ ਕਰਦੇ ਹਾਂ ਤਾਂ ਸੈਂਸ ਆਰਗਨ ਦੇ ਟਾਈਮ ਦੇ ਉੱਤੇ ਆਪਾਂ ਨੂੰ ਹਮੇਸ਼ਾ ਇਹ ਆਉਂਦੇ ਆ ਕਿ ਦੈਟ ਇਜ਼ ਅ ਸੈਂਸਿਸ, ਜਿਹੜੀਆਂ 5 ਸੈਂਸਿਸ ਦੀ ਆਪਾਂ ਗੱਲ ਕਰਦੇ ਹਾਂ। ਐਂਡ ਦੀਸ ਸੈਂਸਿਸ ਲਾਈਕ ਟੇਸਟ, ਸਮੈਲ, ਵਿਜ਼ਨ, ਦੈਨ ਹੀਅਰਿੰਗ। ਸੋ ਜਦੋਂ ਅਸੀਂ ਸੈਂਸ ਆਰਗਨਸ ਦੇ ਨਾਲ ਜੇ ਦੇਖੀਏ ਤਾਂ ਉਹਦਾ ਬੇਸਿਕ ਸਟਰਕਚਰ ਐਂਡ ਫੰਕਸ਼ਨ ਜਿਹੜਾ ਹੈ, ਮੋਡ ਆਫ ਵਰਕਿੰਗ ਸਿਮਿਲਰ ਹੁੰਦੀ ਹੈ ਕਿ ਆਲ ਦ ਸੈਂਸ ਆਰਗਨ ਹੈਵ ਅ ਸਪੈਸ਼ਲਾਈਜ਼ਡ ਜਾਂ ਮੋਡੀਫਾਈਡ ਸੈੱਲ ਹੁੰਦੇ ਵਿਚ ਇਜ਼ ਨੋਨ ਐਜ਼ ਰਿਸੈਪਟਰ ਸੈੱਲ। ਐਂਡ ਇਹ ਕੀ ਹੈ, ਰਿਸੀਵ ਕਰਦੇ ਆ ਸਟੀਮੂਲਾਈ, ਐਂਡ ਉਹ ਸਟੀਮੂਲਾਈ ਜਿਹੜਾ ਉਹ ਬ੍ਰੇਨ ਤੱਕ ਜਾਂ ਸਪਾਈਨਲ ਕੋਰਡ ਤੋਂ ਜਾਂਦਾ ਹੈ ਐਂਡ ਦੈਨ ਦੇ ਕਮ ਬੈਕ ਟੂ ਦੈਟ। ਸੋ ਜਿਹਦੇ ਵਿੱਚ ਕੀ ਹੈ ਕਿ ਆਪਾਂ ਰਿਫਲੈਕਸ ਐਕਸ਼ਨ ਦੀ ਗੱਲ ਵੀ ਕਰਾਂਗੇ ਲੇਟਰ ਸਟੇਜ ਦੇ ਅੰਦਰ, ਇਸ ਤਰ੍ਹਾਂ ਵਰਕ ਕਰਦੇ ਆ। ਬਟ ਜਦੋਂ ਆਪਾਂ ਰਿਸੈਪਟਰ ਸੈੱਲ ਦੀ ਗੱਲ ਹੈ ਤਾਂ ਆਪਾਂ ਦੇਖਿਆ ਗਿਆ ਕਿ ਜਿਹੜੀ ਬੋਡੀ ਦੇ ਵਿੱਚ 3 ਤਰ੍ਹਾਂ ਦੇ ਰਿਸੈਪਟਰ ਸੈੱਲ ਜਿਹੜੇ ਆ ਸਾਨੂੰ ਮਿਲਦੇ ਆ। ਉਹਨਾਂ ਦੇ ਰਿਸੈਪਟਰ ਸੈੱਲਸ ਦੇ ਅਕੋਰਡਿੰਗਲੀ ਅਸੀਂ ਕੀ ਦੇਖਦੇ ਹਾਂ ਕਿ ਦੀਜ਼ ਰਿਸੈਪਟਰ ਸੈੱਲਸ ਦੇ ਹੈਵਿੰਗ 3 ਕੈਟਾਗਰੀ ਅਸੀਂ ਕੀਤੀਆਂ। ਤਿੰਨਾਂ ਚੋਂ ਫਸਟ ਇਜ਼ ਕਾਲਡ ਐਕਸਟਰਨਲ ਰਿਸੈਪਟਰਸ, ਦੈਨ ਪ੍ਰੋਪਰੋ ਰਿਸੈਪਟਰਸ, ਥਰਡ ਇਜ਼ ਕਾਲਡ ਇੰਟਰਨਲ ਰਿਸੈਪਟਰਸ। ਜੇ ਫਸਟ ਰਿਸੈਪਟਰ that is called as external receptor, they are we can say simply receive yeah receptors are stimulated by the change in the environment, that is a change in the environment। तो उसके accordingly ये act करते हैं। they are organ of touch, organ of taste, that means eye, nose, ear, skin है थोड़ी, ठीक है। So then second category is called as a proprioceptors। These receptors, they are located in the skeletal muscle, joints, tendon, etc. And they structurally we can say they are not direct contact with the environment and with the environments, but may be affected by the environment factors, ठीक है। सो ਜਿਹਦੇ ਵਿੱਚ ਆਪਾਂ joints ਜਾਂ muscles ਦੀ ਗੱਲ ਕਰਦੇ। internal receptors, they are those receptor which we can say that internal body ਦੇ ਅੰਦਰ ਜਿਹੜੀ ਹੈ ਇੰਟਰਨਲ ਜਿਹੜਾ ਇਨਵਾਇਰਮੈਂਟ ਹੈ ਉਸਦੇ ਅਕੋਰਡਿੰਗਲੀ ਵਿਦ ਇਨ ਦਾ ਬੋਡੀ ਇਟ ਸੈਲਫ ਦੇ ਅਕਰ। ਕਾਜ਼ ਆਫ ਸੈਂਸੇਸ਼ਨ ਲਾਈਕ ਜਿਵੇਂ ਆਪਾਂ ਕਹਿ ਰਹੇ ਹਾਂ ਪੇਨ ਹੈ, ਹੰਗਰ ਹੈ, ਥਰਸਟ ਹੈ, ਫਟੀਗ ਹੈ। ਸੋ ਇਹ ਜਿਹੜੀ ਸਾਰੇ ਸੈਂਸਿਸ ਨੇ ਅਸੀਂ ਇਸ ਨੂੰ ਸਾਰੇ ਰਿਸੈਪਟਰਸ ਨੂੰ ਅਸੀਂ ਕੀ ਹੈ 3 ਕੈਟਾਗਰੀ 'ਚ ਮੇਨ ਡਿਵਾਈਡ ਕਰਦੇ ਹਾਂ। ਸਿਮਿਲਰਲੀ ਜਦੋਂ ਆਪਾਂ ਇਸੇ ਚੀਜ਼ ਨੂੰ ਅੱਗੇ ਲੈ ਕੇ ਜਾਈਏ ਤਾਂ ਸੈਂਸ ਔਰਗਨਸ ਜਿਹੜੇ ਨੇ, ਸੋ ਆਪਾਂ ਜਿਹਨੂੰ ਐਕਸਟਰਨਲ ਰਿਸੈਪਟਰਸ ਕਹਿ ਲਈਏ, ਠੀਕ ਹੈ, ਜਾਂ ਸਿੰਪਲੀ ਆਪਾਂ ਕਹਿ ਰਹੇ ਹਾਂ ਐਕਸਟੀਰੀਅਰ ਰਿਸੈਪਟਰਸ। ਸੋ ਉਹ 3-5 ਤਰ੍ਹਾਂ ਦੇ ਨਾਲ ਜਿਹੜੇ ਆਪਾਂ ਦੇਖੇਗੇ। ਸੋ ਦੈਟ 5 ਕੈਟਾਗਰੀ 'ਚ ਅਸੀਂ ਕੀ ਕਰਦੇ ਹਾਂ, ਦੈਟ ਇਜ਼ ਸਿੰਪਲੀ ਵੀ ਨੇਮ ਦੈਟ ਇਜ਼ ਕਾਲਡ ਐਜ਼ organ of touch, that was tango receptors ਵੀ ਕਿਹਾ ਜਾਂਦਾ। organ of taste, that was gastroreceptors। organ of smell, olfactory receptor। organ of sight, you know that photoreceptor called eye। and organ of hearing and balance is called as statoacoustic receptor। ਸੋ ਇਹ ਜਿਹੜੇ ਹੁਣ ਆਪਾਂ ਰਿਸੈਪਟਰਸ ਦੀ 1 by 1 ਗੱਲ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ organ of touch। ਜੇ organ of touch ਦੀ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਕੀ ਦੇਖਦੇ ਹਾਂ ਬੇਟਾ, ਮੋਸਟਲੀ ਜਿਹੜੀ organ of touch ਹੈ here is a simply nerve endings, like ਜਿਵੇਂ ਤੁਸੀਂ ਦੇਖ ਰਹੇ ਹੋ nerve fibers ਨੇ ਐਂਡ ਦੇ ਕਿ ਬ੍ਰਾਂਚ ਹੋ ਕੇ ਬੋਡੀ ਦੇ ਵਿੱਚ ਕੀ ਹੈ ਉਹ ਐਪੀਥੀਲੀਅਲ ਸੈਲਸ ਦੇ ਵਿੱਚ ਉਹਨਾਂ ਦੀ ਫ੍ਰੀ ਨਰਵ ਐਂਡਿੰਗ ਪਈ ਹੁੰਦੀ ਹੈ ਪੈਚਿਸ ਦੇ ਵਿੱਚ, ਠੀਕ ਹੈ, ਟੈਕਟਾਈਲ ਨੇ ਟੱਚ ਦੇ ਨਾਲ, ਠੀਕ ਹੈ। ਐਂਡ ਦੀਜ਼ ਨਰਵ ਐਂਡਿੰਗ ਸਿੰਪਲੀ ਇਸ ਕਰਕੇ ਆਪਾਂ ਨੂੰ ਜਿਹੜੀ ਹੈ ਐਕਸਟਰਨਲ ਜਿਹੜਾ ਠੰਡ ਹੈ, ਗਰਮੀ ਹੈ, ਸੋ ਇਸ ਤਰੀਕੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ। ਐਂਡ ਦੀਜ਼ ਆਰ ਦਾ ਰਿਸੈਪਟਰਸ ਆਫ ਦਾ ਸਿੰਪਲੀ ਕਾਲਡ ਐਜ਼ ਫ੍ਰੀ ਨਰਵ ਐਂਡਿੰਗ। ਟੱਚ ਕਾਪਸਸ ਹੋ ਸਕਦੇ, ਸੋ ਇਟ ਇਜ਼ ਪ੍ਰੈਜ਼ੈਂਟ। Then we comes to the second category, that is called as organ of taste। organ of taste is called that taste buds। they lie on the surface of fungiform papillae present in the tongue and near the momarine teeth in the buccopharyngeal cavity in case of the frog। so ਜਦੋਂ frog ਦੇ ਵਿੱਚ ਆਪਾਂ ਗੱਲ ਕਰੀਏ ਤੇ buccopharyngeal cavity ਦੇ ਵਿੱਚ they are present। ਐਂਡ ਸਿੰਪਲੀ ਸਟਰਕਚਰਲੀ ਜਦੋਂ ਆਪਾਂ ਦੇਖਦੇ ਹਾਂ ਜਿਹੜਾ ਵੀ ਕੋਈ ਵੀ ਟੇਸਟ ਬਡ ਹੈ that was we can consist of group of narrow cells
एंड दे आर सैल्स आर इन द टेस्ट से देखो एपीथीलियल सेल ने ये स्मॉल गैप है दैट इज कॉल्ड टेस्ट पोर ठीक है सो दैट इज कॉल्ड एज टेस्ट पोर है एंड देन एट दिस रीजन वेयर द बर्ड दे हैविंग टू टाइप्स ऑफ सेल वो सैल केड़े ने बेटा सो आलमोस्ट सेम शेप the size the minor difference that was a taste cell having a taste here ठीक है ਜਿਹੜੇ मैं orange ਦੇ ਨਾਲ marking ਕੀਤੀ ਹੋਈ ਹੈ that is called as a taste cells which having at their free end having a nerve fibers ठीक है green color ਦੇ cell indicate ਕਰ ਰਿਹਾ that was a sporting cell so that is mostly ਦੇਖਿਆ ਕਿ alternatively taste cells and sporting cell taste cell receptor cells so at the end they find nerve fibers they mostly glossopharyngeal or called palatine branch of the facial nerve they take the message those they accordingly to the brain and generate the impulse so that is all about the receptor of taste ठीक है now similarly the third category of receptor that is called as power of smell ਹੁਣ ਜਿਹੜਾ smell वाला receptor है then again it having similarly like that they are present first in the nasal chamber they are enclosed in olfactory capsule of the skull they open out by a nares and into the buccal cavity by a internal nares they are lined with a columnar epithelium सो जिथे ये नेजल चैम्बर ਦੇ ਵਿੱਚ ਆਪਾਂ ਦੇਖਦੇ ਹਾਂ ਸੈਲਸ ਦੈਟ ਇਜ਼ ਕਲੂਮਨਰ ਐਪੀਥੀਲੀਅਮ ਕੰਟੇਨਿੰਗ ਸਪੈਸ਼ਲ olfactory cell ਹੁਣ ਜਿਹੜਾ olfactory cell ਹੈ ਦੇਖੋ that was a long center they having a nucleus and ਉੱਪਰਲੇ ਪਾਸੇ we can say that is a blue color cell which is indicating a receptor cell and olfactory cell having a olfactory hair at their margin and below they having a nerve fibers and similarly columnar shape the sporting cell green color again present in it so the stream of water is circulate over this epithelium when the frog is in water thus frog can smell in air as well as in water like the taste cell the olfactory cell also eliminates stimuli in chemical in solution which are formed in watery mucus covering them ठीक है सो ये सारा जोड़ा है उन्होंने impulse olfactory cell convert the chemical stimuli into impulse and carry to the brain via olfactory nerves so this is all about the smell या कह सकते हो olfactory receptors then we start with next with that of the organ of sight organ of sight बेटा तुसी ਆਪਾਂ already ਕੀਤੀ ਵੀ ਹੋਈ ਹੈ कि it is a pair of eyeball present orbit ਉਹੀ ਤਿੰਨੋਂ layers again ਆਪਾਂ repeat ਕਰਾਂਗੇ and they are present in the wall we can say eyeball orbit ਦੇ ਅੰਦਰ present ਨੇ ਉਹ ਆਪਾਂ next lecture 'ਚ full detail discuss ਕਰਦੇ ਹਾਂ